ਕੀ ਹਾਲ ਨੇ ਸਾਥੀਓ। ਹੋਪ ਤੁਹਾਡੀ ਪੜ੍ਹਾਈ ਵਧੀਆ ਚੱਲਦੀ ਹੋਣੀ ਆ। ਤੁਹਾਡੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਅੱਜ ਆਪਾਂ ਅਗਲੀ ਸਟੈਟਿਕ ਜੀਕੇ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਜਿਵੇਂ ਲਾਸਟ 'ਤੇ ਆਪਾਂ ਟੌਪਿਕ ਕੀਤਾ ਸੀ ਕਿ ਭਾਰਤ ਵਿੱਚ ਸਭ ਤੋਂ ਕੋਈ ਚੀਜ਼ ਵੱਡੀ ਛੋਟੀ, ਉਵੇਂ ਅੱਜ ਆਪਾਂ ਕੁਝ ਕੁ ਸਰਨੇਮ ਅਤੇ ਕੁਐਸਚਨ ਆਰਮੀ ਜੀਡੀ ਵਾਲੇ ਪੁੱਛਦੇ ਨੇ ਕਿ ਕਿਸ ਦਾ ਕੀ ਸਰਨੇਮ ਆ, ਕਿਹਨੂੰ ਹੋਰ ਕੀ ਨਾਂ ਨਾਲ ਜਾਣਿਆ ਜਾਂਦਾ, ਉਹਦੇ ਕੁਐਸਚਨ ਕਰਦੇ ਆ। ਸਭ ਤੋਂ ਪਹਿਲਾ ਕੁਐਸਚਨ, ਇੱਕ ਨਦੀ ਆ ਜਿਸ ਨੂੰ ਬੰਗਾਲ ਦਾ ਦੁੱਖ ਕਹਿੰਦੇ ਨੇ। ਤਾਂ ਕੁਐਸਚਨ ਆਉਂਦਾ ਕਿਹੜੀ ਨਦੀ ਨੂੰ ਬੰਗਾਲ ਦਾ ਦੁੱਖ ਕਿਹਾ ਜਾਂਦਾ। ਅਸੀਂ ਦੇਖਦੇ ਹਾਂ ਕਿ ਦਾਮੋਦਰ ਨਦੀ ਜੋ ਬੰਗਾਲ 'ਚ ਵਹਿੰਦੀ ਆ, ਇਹ 'ਚ ਹੜ੍ਹ ਬਹੁਤ ਆਉਂਦੇ ਨੇ। ਹੜ੍ਹ ਆਉਣ ਕਰਕੇ ਜਿਹੜੀ ਖੇਤੀਬਾੜੀ ਹੁੰਦੀ ਹੈ ਬਹੁਤ ਪ੍ਰਭਾਵਿਤ ਹੁੰਦੀ ਹੈ, ਤਾਂ ਕਰਕੇ ਇਹਨੂੰ ਬੰਗਾਲ ਦਾ ਦੁੱਖ ਕਿਹਾ ਜਾਂਦਾ। ਧਿਆਨ ਰੱਖਣਾ, ਦਾਮੋਦਰ ਨਦੀ ਗੰਗਾ ਨਦੀ ਦੀ ਸਹਾਇਕ ਨਦੀ ਹੈ। ਇਹ ਆਪਣਾ ਪਾਣੀ ਗੰਗਾ ਨਦੀ 'ਚ ਪਾ ਦਿੰਦੀ ਆ। ਦੂਜਾ ਹੈਗਾ ਬਲੂ ਮਾਊਂਟੇਨਸ ਨੇ ਨੀਲੀਆਂ ਪਹਾੜੀਆਂ। ਅਸੀਂ ਦੇਖਦੇ ਹਾਂ ਕਿ ਤਾਮਿਲਨਾਡੂ ਦੇ ਵਿੱਚ ਇੱਕ ਪਹਾੜੀਆਂ ਨੇ, ਦੈਟ ਇਜ਼ ਕਾਲਡ ਨੀਲਗਿਰੀ ਪਹਾੜੀਆਂ। ਨੀਲਗਿਰੀ ਪਹਾੜੀਆਂ ਜਿਹੜੀਆਂ ਉਹ ਪਹਾੜੀਆਂ ਨੇ, ਉਹਦਾ ਰੰਗ ਪਹਾੜੀਆਂ ਦਾ ਰੰਗ ਨੀਲਾ ਨਹੀਂ ਹੈਗਾ, ਪਰੰਤੂ ਉੱਥੇ ਇੱਕ ਫੁੱਲ ਪੈਦਾ ਹੁੰਦੇ ਨੇ, ਉਹ ਫੁੱਲਾਂ ਦਾ ਰੰਗ ਨੀਲਾ। ਤਾਂ ਦੂਰੋਂ ਦੇਖਣ ਨੂੰ ਪਹਾੜੀਆਂ ਉਹ ਨੀਲੀਆਂ ਨੀਲੀਆਂ ਲੱਗਦੀਆਂ ਨੇ, ਤਾਂ ਕਰਕੇ ਉਹਨਾਂ ਨੂੰ ਨੀਲੀਆਂ ਪਹਾੜੀਆਂ ਬਲੂ ਮਾਊਂਟੇਨਸ ਕਿਹਾ ਜਾਂਦਾ। ਸਿਟੀ ਆਫ ਸਕਾਈ ਸਕ੍ਰੈਪਰਸ ਕੀ ਹੁੰਦੇ ਨੇ? ਉਹ ਬਿਲਡਿੰਗਾਂ ਜਿਹੜੀਆਂ ਅਸਮਾਨ ਨਾਲ ਲੱਗਦੀਆਂ। ਹੁਣ ਆਪਾਂ ਬਹੁਤ ਲੰਮੀਆਂ ਜਿਹੜੀਆਂ ਬਿਲਡਿੰਗਾਂ ਨੇ, ਉਹਦੀ ਸਿਟੀ ਕਿਹੜੀ ਆ? ਤਾਂ ਅਸੀਂ ਦੇਖਦੇ ਹਾਂ ਕਿ ਨਿਊਯਾਰਕ ਨੂੰ ਸਿਟੀ ਆਫ ਸਕਾਈ ਸਕ੍ਰੈਪਰਸ ਕਿਹਾ ਜਾਂਦਾ। ਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਦੁਬਈ ਵੀ ਬਹੁਤ ਹੀ ਜ਼ਿਆਦਾ ਉੱਚੀਆਂ ਬਿਲਡਿੰਗਾਂ ਬਣਨੀਆਂ ਸਟਾਰਟ ਹੋਈਆਂ ਨੇ। ਬੁਰਜ ਖਲੀਫਾ ਜੋ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਆ, ਉਹ ਸਾਨੂੰ ਦੁਬਈ 'ਚ ਦੇਖਣ ਨੂੰ ਮਿਲਦੀ ਆ, ਪਰੰਤੂ ਜ਼ਿਆਦਾ ਵੱਡੀ ਗਿਣਤੀ 'ਚ ਨਹੀਂ ਹੈਗੀਆਂ ਦੁਬਈ 'ਚ ਬਿਲਡਿੰਗਾਂ ਬਣ ਰਹੀਆਂ ਨੇ। ਪਰ ਐਟ ਅ ਟਾਈਮ ਦੇ ਵਿੱਚ ਸਿਟੀ ਆਫ ਸਕਾਈ ਸਕ੍ਰੈਪਰਸ ਨਿਊਯਾਰਕ ਨੂੰ ਕਿਹਾ ਜਾਂਦਾ। ਨਿਊਯਾਰਕ ਦੈਟ ਇਜ਼ ਕਿ ਇਨ ਅਮਰੀਕਾ ਦੇ ਵਿੱਚ ਆ। ਜੇ ਕੁਐਸਚਨ ਆਉਂਦਾ ਕਿ ਅਮਰੀਕਾ ਦੀ ਰਾਜਧਾਨੀ ਕੀ ਆ, ਤਾਂ ਯਾਦ ਰੱਖਣਾ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਹੈ। ਸਿਟੀ ਆਫ 7 ਹਿਲਜ਼, 7 ਪਹਾੜੀਆਂ ਦਾ ਸ਼ਹਿਰ। 7 ਪਹਾੜੀਆਂ ਮਿਲਦੀਆਂ ਨੇ ਸਾਨੂੰ ਰੋਮ ਸ਼ਹਿਰ ਦੇ ਵਿੱਚ। ਰੋਮ ਬਹੁਤ ਹੀ ਤਕੜਾ ਸ਼ਹਿਰ ਆ, ਇਟਲੀ ਦੀ ਰਾਜਧਾਨੀ ਆ ਰੋਮ। ਪੁਰਾਣੇ ਸਮੇਂ 'ਚ ਸਾਰਾ ਇਟਲੀ, ਸਾਰਾ ਯੂਰਪ ਇਹ ਰੋਮਨ ਜਾਂ ਰੋਮ ਸਾਮਰਾਜ ਦਾ ਹਿੱਸਾ ਹੁੰਦਾ ਸੀ, ਪਰ ਅੱਜ ਰੋਮ ਕੀ ਇੱਕ ਸ਼ਹਿਰ ਬਣ ਕੇ ਰਹਿ ਗਿਆ ਅਤੇ ਇਟਲੀ ਦਾ ਹੀ ਕੀ ਹੈ ਰਾਜਧਾਨੀ। ਇਹਨੂੰ 7 ਪਹਾੜੀਆਂ ਦੀ ਸਿਟੀ ਕਿਹਾ ਜਾਂਦਾ। ਮਹਿਲਾਂ ਦਾ ਸ਼ਹਿਰ, ਜਿੱਥੇ ਬਹੁਤ ਪੈਲੇਸਿਸ ਹੋਣ। ਤਾਂ ਅਸੀਂ ਦੇਖਦੇ ਹਾਂ, ਸ਼ਾਇਦ ਆਪਾਂ ਪਹਿਲਾਂ ਗੱਲ ਕੀਤੀ ਹੋਵੇ ਕਿ ਕਲਕੱਤਾ ਦੇ ਰਾਜੇ ਬਹੁਤ ਤਕੜੇ ਰਾਜੇ ਰਹੇ ਨੇ, ਅਮੀਰ ਰਾਜੇ ਰਹੇ ਨੇ, ਤਾਂ ਉਹਨਾਂ ਨੇ ਬਹੁਤ ਸਾਰੇ ਮਹਿਲ ਬਣਾਏ। ਬਾਅਦ 'ਚੋਂ ਅੰਗਰੇਜ਼ਾਂ ਦਾ ਵੀ ਜਦੋਂ ਰਾਜ ਆਇਆ, ਤਾਂ ਅੰਗਰੇਜ਼ਾਂ ਨੇ ਵੱਡੇ ਪੱਧਰ 'ਤੇ ਕਲਕੱਤਾ ਨੂੰ ਹੀ ਪਹਿਲਾਂ ਆਪਣੀ ਰਾਜਧਾਨੀ ਬਣਾਇਆ ਸੀਗਾ। ਦਿੱਲੀ ਤਾਂ ਬਹੁਤ ਬਾਅਦ 'ਚੋਂ ਜਾ ਕੇ ਰਾਜਧਾਨੀ ਬਣੀ ਆ। ਮੇਨ ਰਾਜਧਾਨੀ ਕੀ ਸੀ? ਕਲਕੱਤਾ। ਤਾਂ ਕਲਕੱਤਾ 'ਚ ਬਹੁਤ ਹੀ ਜ਼ਿਆਦਾ ਪੈਲੇਸਿਸ, ਬਿਲਡਿੰਗਸ ਬਣਾਈਆਂ ਗਈਆਂ, ਤਾਂ ਸਿਟੀ ਆਫ ਪੈਲੇਸਿਸ ਕਲਕੱਤਾ ਨੂੰ ਕਿਹਾ ਜਾਂਦਾ। ਮਹਿਲਾਂ ਦਾ ਸ਼ਹਿਰ ਕਲਕੱਤਾ। ਅੱਗੇ ਚੱਲਦੇ ਹਾਂ, ਸਿਟੀ ਆਫ ਗੋਲਡਨ ਗੇਟ। ਤੁਸੀਂ ਦੇਖਿਆ ਹੋਣਾ ਫਿਲਮਾਂ ਦੇ ਵਿੱਚ ਇੱਕ ਗੋਲਡਨ ਗੇਟ ਬਣਿਆ ਹੋਇਆ, ਉਹਦੇ ਰਾਹੀਂ ਰਸਤਾ ਯਾਨੀ ਕਿ ਸ਼ਹਿਰ ਨੂੰ ਜਾਂਦਾ। ਤਾਂ ਅਸੀਂ ਦੇਖਦੇ ਹਾਂ ਕਿ ਸੈਨ ਫਰਾਂਸਿਸਕੋ ਸ਼ਹਿਰ ਹੈਗਾ ਅਮਰੀਕਾ ਦਾ, ਤਾਂ ਉਹਨੂੰ ਸਿਟੀ ਆਫ ਗੋਲਡਨ ਗੇਟ ਕਿਹਾ ਜਾਂਦਾ। ਸਿਟੀ ਆਫ ਮੈਗਨੀਫੀਸੈਂਟ ਬਿਲਡਿੰਗਸ, ਜਿੱਥੇ ਬਹੁਤ ਹੀ ਅਲੱਗ ਤਰ੍ਹਾਂ ਦੀਆਂ ਡਿਜ਼ਾਈਨਰ ਨਵੇਂ ਟੈਕਨੀਕਸ ਦੀਆਂ ਬਿਲਡਿੰਗਸ ਮਿਲਦੀਆਂ ਨੇ। ਇਹ ਕਿਹੜਾ ਸ਼ਹਿਰ ਆ? ਤਾਂ ਇਹ ਵਾਸ਼ਿੰਗਟਨ ਡੀਸੀ ਹੈ ਸਾਥੀਓ। ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਵੀ ਆ ਅਤੇ ਅਮਰੀਕਾ ਦਾ ਬਹੁਤ ਵੱਡਾ ਸ਼ਹਿਰ ਆ। ਚਾਈਨਾ ਦਾ ਦੁੱਖ, ਇਹਦੇ ਬਾਰੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਕਿਹੜੀ ਨਦੀ ਨੂੰ ਚੀਨ ਦਾ ਦੁੱਖ ਕਿਹਾ ਜਾਂਦਾ। ਅਸੀਂ ਦੇਖਦੇ ਹਾਂ ਹਵਾਂਗ ਹੋ ਨਦੀ ਆ, ਹਵਾਂਗ ਹੋ ਨਦੀ ਨੂੰ ਚਾਈਨਾ ਦਾ ਦੁੱਖ ਕਹਿੰਦੇ ਨੇ। ਅੱਗੇ ਚੱਲਦੇ ਹਾਂ, ਆਇਲਸ ਆਫ ਪਰਲ ਤੁਹਾਡੇ ਵਾਸਤੇ ਕੋਈ ਬੜਾ ਇੰਪੋਰਟੈਂਟ ਨਹੀਂ, ਜ਼ਿਆਦਾ ਪੇਪਰ 'ਚ ਨਹੀਂ ਆਉਂਦਾ। ਅਗਲਾ ਪਰ ਕੀ ਟੂ ਦਾ ਮੈਡੀਟੇਰੀਅਨ, ਭੂਮੱਧ ਸਾਗਰ ਦੀ ਚਾਬੀ ਕਿਹੜੇ ਦੇਸ਼ ਨੂੰ ਕਹਿੰਦੇ ਨੇ? ਭੂਮੱਧ ਸਾਗਰ ਦੀ ਚਾਬੀ ਕਿਹੜੇ ਦੇਸ਼ ਨੂੰ ਕਿਹਾ ਜਾਂਦਾ? ਤਾਂ ਇੱਕ ਦੇਸ਼ ਆਉਂਦਾ ਜਿਬਰਾਲਟਰ ਜਿਹੜਾ ਦੇਸ਼ ਸਾਥੀਓ, ਉਹਦੇ ਰਾਹੀਂ ਭੂਮੱਧ ਸਾਗਰ 'ਚ ਐਂਟਰੀ ਹੁੰਦੀ ਹੈ। ਇੱਕ ਨਿੱਕੀ ਚੁੰਝ ਜਿਹੀ ਬਣਦੀ ਹੈ, ਜੇ ਤੁਸੀਂ ਮੈਪ ਦੇਖੋਗੇ ਤਾਂ ਜਿਬਰਾਲਟਰ ਜਿਹੜਾ ਸ਼ਹਿਰ ਆ, ਉਹਨੂੰ ਭੂਮੱਧ ਸਾਗਰ ਦੀ ਚਾਬੀ ਕਿਹਾ ਜਾਂਦਾ। ਕਿਹੜੇ ਦੇਸ਼ ਨੂੰ ਲੈਂਡ ਆਫ ਕੇਕਾਂ ਦੀ ਧਰਤੀ ਕਹਿੰਦੇ ਨੇ? ਤਾਂ ਉੱਤਰ ਆਊਗਾ ਸਕਾਟਲੈਂਡ। ਇਸ ਨੂੰ ਪੜ੍ਹਾਇਆ ਸੀ ਮੈਂ ਜਦੋਂ ਆਪਾਂ ਗ੍ਰੇਟ ਬ੍ਰਿਟਨ ਪੜ੍ਹਦੇ ਹਾਂ,
ਤਾਂ 3 ਦੇਸ਼ ਮਿਲ ਕੇ ਗ੍ਰੇਟ ਬ੍ਰਿਟਨ ਬਣਦਾ, ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ। ਤਾਂ ਜੋ ਸਕਾਟਲੈਂਡ ਨੂੰ ਲੈਂਡ ਆਫ ਕੇਕਸ ਕਿਹਾ ਜਾਂਦਾ। ਲੈਂਡ ਆਫ ਮੈਪਲ ਲੀਫ, ਮੈਪਲ ਲੀਫ ਜਿਵੇਂ ਕੈਨੇਡਾ ਦਾ ਝੰਡਾ ਦੇਖਿਆ ਨਾ, ਜਿਹੜਾ ਝੰਡੇ ਦੇ ਵਿਚਕਾਰ ਉਹ ਪੱਤਾ ਗਾ ਉਹ ਮੈਪਲ ਆ। ਤਾਂ ਉਹ ਪੱਤਾ ਇੱਕ ਅਲੱਗ ਪ੍ਰਜਾਤੀ ਹੈ ਜੋ ਸਾਨੂੰ ਸਿਰਫ ਕੈਨੇਡਾ 'ਚ ਦੇਖਣ ਨੂੰ ਮਿਲਦੀ ਆ। ਤਾਂ ਮੈਪਲ ਲੀਫ ਲੈਂਡ ਕਿਹਨੂੰ ਕਹਿੰਦੇ ਨੇ, ਕੈਨੇਡਾ ਨੂੰ ਕਿਹਾ ਜਾਂਦਾ। ਲੈਂਡ ਆਫ ਮੋਰਨਿੰਗ ਕਾਮ, ਮੋਰਨਿੰਗ ਕਾਮ ਹੁੰਦਾ ਸਾਥੀਓ ਵੀ ਸਵੇਰੇ ਵੇਲੇ ਬਹੁਤ ਸ਼ਾਂਤੀ ਹੋਵੇ, ਬਹੁਤ ਸ਼ਾਂਤੀ, ਬਹੁਤ ਸ਼ਾਂਤੀ, ਮੌਸਮ ਉਹੋ ਜਿਹਾ ਇਹੋ ਜਿਹਾ ਵੀ ਬਹੁਤ ਸ਼ਾਂਤੀ ਹੁੰਦੀ ਆ। ਤਾਂ ਕਿਹੜੀ ਦੇਸ਼ ਨੂੰ ਮੋਰਨਿੰਗ ਕਾਮ ਕਿਹਾ ਜਾਂਦੇ ਨੇ, ਤਾਂ ਕੋਰੀਆ ਦੇਸ਼ ਜਿਹੜਾ ਹੈਗਾ ਉਹਨੂੰ ਲੈਂਡ ਆਫ ਮੋਰਨਿੰਗ ਕਾਮ ਕਿਹਾ ਜਾਂਦਾ। ਲੈਂਡ ਆਫ ਮਿਡਨਾਈਟ ਸਨ, ਮਿਡਨਾਈਟ ਸਨ ਸਾਥੀਓ ਅਸੀਂ ਦੇਖਦੇ ਹਾਂ ਕਿ ਨਾਰਵੇ ਇੱਕ ਇਹੋ ਜਿਹਾ ਦੇਸ਼ ਆ ਜਿੱਥੇ 6 ਮਹੀਨੇ ਇਕੱਠੇ, ਤੁਸੀਂ ਦੇਖੋਗੇ ਨਾਰਵੇ ਬਿਲਕੁਲ ਪੋਲਸ 'ਤੇ ਆ ਗਿਆ, ਧਰੁਵਾਂ 'ਤੇ ਆ ਗਿਆ। ਇੰਟਰਸਟਿੰਗ ਗੱਲ ਇਹ ਹੈ ਕਿ ਧਰੁਵਾਂ 'ਤੇ ਆਪਣੇ ਵਾਂਗੂ ਦਿਨ ਰਾਤ ਨਹੀਂ ਬਣਦੇ, ਲਗਭਗ 6 ਮਹੀਨੇ ਦਾ ਦਿਨ ਹੋਊ, ਭਾਵੇਂ ਰਾਤ ਵੀ ਕਿਉਂ ਨਾ ਹੋ ਜੇ ਉਹ ਦਿਨ ਵਾਂਗੂ ਹੀ ਹੁੰਦਾ, ਚੱਲਦਾ ਰਹਿੰਦਾ। ਅਤੇ 6 ਮਹੀਨੇ ਬਹੁਤ ਹਨੇਰਾ ਰਹਿੰਦਾ, 6 ਮਹੀਨੇ ਕਾਫੀ ਹਨੇਰਾ ਰਹਿੰਦਾ, 6 ਮਹੀਨੇ ਕਾਫੀ ਧੁੱਪ ਰਹਿੰਦੀ ਹੈ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਕੋਈ ਮੈਟਰ ਨਹੀਂ। ਤਾਂ ਲੈਂਡ ਆਫ ਮਿਡਨਾਈਟ ਸਨ ਵੀ ਰਾਤ ਨੂੰ ਵੀ ਸੂਰਜ ਚੜ੍ਹਿਆ ਰਹਿੰਦਾ, ਕਿਹੜੀ ਧਰਤੀ ਹੈ ਇਹ ਜੀ, ਇਟ ਇਜ਼ ਨਾਰਵੇ। ਬਹੁਤ ਸਭ ਤੋਂ ਵਧੀਆ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਤਕੜੇ ਦੇਸ਼ ਨੇ ਸਾਥੀਓ ਇਹ, ਨਾਰਵੇ ਹੋਇਆ, ਫਿਨਲੈਂਡ ਹੋਇਆ। ਇਹ ਦੇਸ਼ ਇਹਨਾਂ ਨੂੰ ਸਕੈਂਡੀਨੇਵੀਅਨ ਕੰਟਰੀਜ਼ ਕਿਹਾ ਜਾਂਦਾ। ਇਹਨਾਂ ਦਾ ਲੋਕਾਂ ਦੇ ਵਿਚਕਾਰ ਜਿਵੇਂ ਸਰਕਾਰਾਂ ਨੇ ਇੰਨਾ ਵਧੀਆ ਕੰਮ ਕਰਦੀਆਂ ਨੇ ਕਿ ਡਿਵੈਲਪਮੈਂਟ ਦੇ ਮਾਮਲੇ 'ਚ ਭਾਵੇਂ ਉਹ ਰੋਡ ਹੋਣ, ਭਾਵੇਂ ਉਹ ਸਕੂਲਸ ਹੋਣ, ਭਾਵੇਂ ਐਜੂਕੇਸ਼ਨ ਹੋਵੇ, ਸਭ ਤੋਂ ਟੌਪ ਨੰਬਰ 'ਤੇ ਇਹ ਨਾਰਵੇ ਦੇਸ਼ ਆਉਂਦਾ, ਨਾਰਵੇ, ਫਿਨਲੈਂਡ। ਅੱਗੇ ਹੈਗਾ ਲੈਂਡ ਆਫ 1000 ਲੇਕਸ, ਜਿੱਥੇ ਬਹੁਤ ਜ਼ਿਆਦਾ ਲੇਕਸ, ਝੀਲਾਂ ਹੋਣ, ਤਾਂ ਉਹ ਫਿਨਲੈਂਡ ਨੂੰ ਕਿਹਾ ਜਾਂਦਾ। ਫਿਨਲੈਂਡ ਕੇ ਲੈਂਡ ਆਫ 1000 ਲੇਕਸ, ਨਾਲ ਨਾਲ ਦੇਸ਼ ਨੇ ਨਾਰਵੇ ਅਤੇ ਫਿਨਲੈਂਡ। ਲੈਂਡ ਆਫ ਥੰਡਰਬੋਲਟ, ਥੰਡਰਬੋਲਟ ਸਾਥੀਓ ਕੀ ਹੁੰਦੇ ਨੇ, ਜਦੋਂ ਬਿਜਲੀ ਚਮਕਦੀ ਆ, ਜਿੱਥੇ ਬਹੁਤ ਬਿਜਲੀ ਚਮਕਦੀ ਹੈ, ਕੜਕਦੀ ਆ, ਤਾਂ ਭੂਟਾਨ ਦੇਸ਼ ਨੂੰ ਥੰਡਰਬੋਲਟ, ਲੈਂਡ ਆਫ ਥੰਡਰਬੋਲਟ ਕਹਿੰਦੇ ਨੇ। ਲੈਂਡ ਆਫ 5 ਰਿਵਰਸ, 5 ਨਦੀਆਂ ਦੀ ਧਰਤੀ, ਤਾਂ ਸਾਨੂੰ ਪਤਾ ਕਿ ਪੰਜਾਬ ਨੂੰ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ। ਲੈਂਡ ਆਫ ਐਲੀਫੈਂਟਸ, ਹਾਥੀਆਂ ਦੀ ਧਰਤੀ ਕਿਹਨੂੰ ਕਹਿੰਦੇ ਨੇ ਸਾਥੀਓ, ਤਾਂ ਲਾਓਸ। ਲਾਓਸ ਇੱਕ ਦੇਸ਼ ਆ, ਆਪਣੇ ਨਾਲ ਲੱਗਦਾ ਭਾਰਤ ਨਾਲ ਮਾਇਨਮਾਰ, ਮਾਇਨਮਾਰ ਬਰਮਾ, ਬਰਮਾ ਨਾਲ ਲੱਗਦਾ ਗਾ ਲਾਓਸ। ਤਾਂ ਲਾਓਸ ਦੀ ਧਰਤੀ ਨੂੰ ਲੈਂਡ ਆਫ 1000 ਲੇਕਸ ਕਹਿੰਦੇ ਨੇ। ਸਾਥੀਓ ਤੁਹਾਡੇ ਵਾਸਤੇ ਹੋਮਵਰਕ ਆ, ਤੁਸੀਂ ਲੱਭ ਕੇ ਲੈ ਕੇ ਆਉਣਾ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਹਾਥੀ ਕਿਹੜੇ ਸਟੇਟ ਵਿੱਚ ਪਾਏ ਜਾਂਦੇ ਨੇ। ਇਹ ਕੁਐਸਚਨ ਕਾਫੀ ਵਾਰੀ GD 'ਚ ਆ ਚੁੱਕਿਆ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਹਾਥੀ ਕਿਹੜੇ ਸਟੇਟ ਵਿੱਚ ਪਾਏ ਜਾਂਦੇ ਨੇ। ਤਾਂ ਧਿਆਨ ਰੱਖਣਾ, ਹੋਮਵਰਕ ਲੱਭਣਾ ਆਪਣੇ ਲਈ। ਲੈਂਡ ਆਫ ਰਾਈਜ਼ਿੰਗ ਸਨ, ਚੜ੍ਹਦੇ ਸੂਰਜ ਦੀ ਧਰਤੀ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਚੜ੍ਹਦੇ ਸੂਰਜ ਧਰਤੀ ਮਿੱਤਰੋ ਸਾਥੀਓ ਜਾਪਾਨ ਨੂੰ ਕਿਹਾ ਜਾਂਦਾ। ਜਾਪਾਨ ਸਭ ਤੋਂ ਪੂਰਬ ਵਿੱਚ ਆਉਂਦਾ, ਤਾਂ ਕਰਕੇ ਸਾਨੂੰ ਲੱਗਦਾ ਕਿ ਸਨ ਜਿਹੜਾ ਹੈਗਾ ਉਹ ਜਾਪਾਨ ਤੋਂ ਚੜ੍ਹ ਰਿਹਾ। ਜਾਪਾਨ ਦੀ ਰਾਜਧਾਨੀ ਸਾਥੀਓ ਰੱਖਣੀ ਟੋਕੀਓ, ਟੋਕੀਓ ਜਾਪਾਨ ਦੀ ਰਾਜਧਾਨੀ ਆ। ਸਭ ਤੋਂ ਜ਼ਿਆਦਾ ਇੰਡਸਟਰੀਅਲ ਜਿਹੜਾ ਦੇਸ਼ ਆ ਉਹ ਸਾਥੀਓ ਜਾਪਾਨ ਆ, ਧਿਆਨ ਰੱਖਣਾ, ਏਸ਼ੀਆ ਮਹਾਂਦੀਪ ਦਾ। ਅਸੀਂ ਦੇਖਦੇ ਹਾਂ ਚਾਈਨਾ ਦੂਜੇ ਨੰਬਰ 'ਤੇ ਆ। ਹੁਣੇ ਚਾਈਨਾ 'ਚ ਵਿੰਟਰ ਓਲੰਪਿਕਸ ਹੋ ਕੇ ਹਟੇ ਨੇ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਿੰਟਰ ਓਲੰਪਿਕਸ ਜਿਹੜੇ ਹੋਏ ਨੇ ਉਹ ਕਿੱਥੇ ਹੋਏ ਨੇ, ਤਾਂ ਬੀਜ਼ਿੰਗ ਦੇ ਵਿੱਚ ਹੋਏ ਨੇ। ਅਤੇ ਬੀਜ਼ਿੰਗ ਰਾਜਧਾਨੀ ਕਿਹਦੀ ਹੈਗੀ, ਚਾਈਨਾ ਦੀ ਹੈ। ਅੱਗੇ ਚੱਲਦੇ ਹਾਂ ਸਾਥੀਓ, ਅਸੀਂ ਦੇਖਦੇ ਹਾਂ ਲੋਨਲੀਐਸਟ ਆਈਲੈਂਡ, ਜਿੱਥੇ ਕੋਈ ਨਹੀਂ ਜਾਂਦਾ। ਕਹਿਣ ਦਾ ਮਤਲਬ ਅਸੀਂ ਦੇਖਦੇ ਹਾਂ ਕਿ ਮਿਡ ਅਟਲਾਂਟਿਕ ਭਾਵ ਅੰਧ ਮਹਾਸਾਗਰ ਦੇ ਵਿਚਾਲੇ ਸਾਨੂੰ ਇੱਕ ਟਾਪੂ ਮਿਲਦਾ, ਤ੍ਰਿਸਤਾਨ ਦੀ ਗੁਨਹਾ। ਅਤੇ ਇੱਥੇ ਸਾਨੂੰ ਪਤਾ ਵੀ ਇਹ ਬਿਲਕੁਲ ਖਾਲੀ ਪਿਆ, ਅਤੇ ਕੋਈ ਬੰਦਾ ਨਹੀਂ। ਮਾਨਚੈਸਟਰ ਆਫ ਜਾਪਾਨ, ਸਾਥੀਓ ਮਾਨਚੈਸਟਰ ਬਹੁਤ ਹੀ ਤਕੜਾ ਸ਼ਹਿਰ ਹੈਗਾ ਇੰਗਲੈਂਡ ਦਾ। ਅਸੀਂ ਦੇਖਦੇ ਹਾਂ ਕਿ ਜਦੋਂ ਪੜ੍ਹਦੇ ਹਾਂ ਨਾ ਆਪਾਂ, ਕ੍ਰਾਂਤੀ ਹੋਈ ਹੈ ਜਿਹੜੀ ਉਦਯੋਗਿਕ ਕ੍ਰਾਂਤੀ, ਤਾਂ ਕਿੱਥੋਂ ਸਟਾਰਟ ਹੁੰਦੀ ਸਾਥੀਓ, ਉਹ ਮਾਨਚੈਸਟਰ 'ਚੋਂ ਸਟਾਰਟ ਹੁੰਦੀ ਹੈ, ਮਾਨਚੈਸਟਰ ਇੰਗਲੈਂਡ 'ਚੋਂ। ਤਾਂ ਮਾਨਚੈਸਟਰ 'ਚੋਂ ਸਟਾਰਟ ਹੋਈ, ਭਾਵ ਕੱਪੜੇ ਦਾ ਬਹੁਤ ਵੱਡਾ ਉਦਯੋਗ ਆ। ਮਾਨਚੈਸਟਰ ਦੀ ਫੁੱਟਬਾਲ ਟੀਮ ਵੀ ਆ, ਪਰ ਮੇਨ ਉਹ ਸ਼ਹਿਰ ਹੈ ਇੱਕ। ਅਸੀਂ ਦੇਖਦੇ ਹਾਂ ਕਿਹੜਾ ਮਾਨਚੈਸਟਰ ਹੈਗਾ ਸਾਥੀਓ, ਮਾਨਚੈਸਟਰ ਆਫ ਜਾਪਾਨ। ਤਾਂ ਜਾਪਾਨ ਦੇ ਵਿੱਚ ਕਿਹੜਾ ਸ਼ਹਿਰ ਆ ਜਿੱਥੇ ਬਹੁਤ ਜ਼ਿਆਦਾ ਕੱਪੜੇ ਦੀ ਕ੍ਰਾਂਤੀ ਹੋਈ ਹੈ, ਕੱਪੜਾ ਉਦਯੋਗ ਲੱਗਿਆ, ਤਾਂ ਉਹ ਹੈਗਾ ਓਸਾਕਾ। ਸਾਥੀਓ ਭਾਰਤ ਵੀ ਯਾਦ ਰੱਖਣਾ ਕਿ ਭਾਰਤ ਵਿੱਚ ਮਾਨਚੈਸਟਰ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਹਿੰਦੇ ਨੇ, ਤਾਂ ਅਹਿਮਦਾਬਾਦ ਇਜ਼ ਅ ਮਾਨਚੈਸਟਰ ਆਫ ਇੰਡੀਆ।
ਹਾਂ ਕੋਈ ਇੰਪੋਰਟੈਂਟ ਨਹੀਂ। ਅੱਗੇ ਪਲੇਗਰਾਊਂਡ ਆਫ ਯੂਰਪ, ਯੂਰਪ ਦੇ ਖੇਡ ਦਾ ਮੈਦਾਨ ਕਿਸ ਨੂੰ ਕਿਹਾ ਜਾਂਦਾ ਸਾਥੀਓ? ਅਸੀਂ ਦੇਖਦੇ ਹਾਂ ਸਵਿਟਜ਼ਰਲੈਂਡ ਇੱਕ ਦੇਸ਼ ਆ ਸਵਿਟਜ਼ਰਲੈਂਡ। ਅਸਲ ਵਿੱਚ ਖੇਡ ਦਾ ਮੈਦਾਨ ਤਾਂ ਕਹਿੰਦੇ ਨੇ ਕਿਉਂਕਿ ਸਾਰਾ ਯੂਰਪ ਦੇ ਵਿੱਚ ਤਾਂ ਠੰਡ ਬਹੁਤ ਪੈਂਦੀ ਆ, ਤਾਂ ਸਾਨੂੰ ਮੋਸਟਲੀ ਵਾਈਟ ਕਹਿੰਦੇ ਨੂੰ ਚਾਦਰ ਦੇਖਣ ਨੂੰ ਮਿਲਦੀ ਹੈ ਸਾਰੀ ਜ਼ਮੀਨ 'ਤੇ, ਪਰੰਤੂ ਸਵਿਟਜ਼ਰਲੈਂਡ ਇੱਕ ਇਹੋ ਜਿਹਾ ਡੈਟ ਇਜ਼ ਕਿ ਦੇਸ਼ ਆ ਜਿੱਥੇ ਸਾਨੂੰ ਹਰੇਵਾਈ ਯਾਦ ਦੇਖਣ ਨੂੰ ਮਿਲਦੀ ਆ, ਹਰੇਵਾਈ ਯਾਦ ਦੇਖਣ ਨੂੰ ਮਿਲਦੀ ਆ, ਤਾਂ ਕਰਕੇ ਉਹਨੂੰ ਪਲੇਗਰਾਊਂਡ ਆਫ ਯੂਰਪ ਕਿਹਾ ਜਾਂਦਾ। ਕੁਈਨ ਆਫ ਐਡਰੀਐਟਿਕ, ਐਡਰੀਐਟਿਕ ਮਤਲਬ ਕੀ ਹੈ? ਇੱਕ ਸਾਗਰ ਆ। ਐਡਰੀਐਟਿਕ ਸਾਗਰ ਦਾ ਨਾਂ ਗਾ, ਸਮੁੰਦਰ ਦਾ ਨਾਂ। ਤਾਂ ਉਹਦੀ ਰਾਣੀ ਕਿਹਨੂੰ ਕਹਿੰਦੇ ਨੇ? ਅਸੀਂ ਦੇਖਦੇ ਹਾਂ ਆਸਟਰੀਆ ਦੀ ਰਾਜਧਾਨੀ ਹੈ ਵਿਨਾਇਸ। ਆਸਟਰੀਆ ਆਸਟ੍ਰੇਲੀਆ ਨਹੀਂ ਹੈਗਾ, ਆਸਟ੍ਰੇਲੀਆ ਇੱਕ ਅਲੱਗ ਦੇਸ਼ ਆ। ਆਸਟ੍ਰੇਲੀਆ ਦੀ ਰਾਜਧਾਨੀ ਹੈਗੀ ਹੈ ਕੈਨਬਰੇ, ਸਿਡਨੀ ਨਹੀਂ ਹੈਗੀ, ਧਿਆਨ ਰੱਖਣਾ ਇਹ ਗੱਲ ਦੇ ਵਿੱਚ। ਕੈਨਬਰੇ ਰਾਜਧਾਨੀ ਆ। ਅਤੇ ਆਸਟਰੀਆ ਇੱਕ ਅਲੱਗ ਦੇਸ਼ ਆ। ਅਸੀਂ ਦੇਖਦੇ ਹਾਂ, ਮੈਂ ਤੁਹਾਨੂੰ ਸ਼ਾਇਦ ਦੱਸਿਆ ਵੀ ਸੀ ਕਿ ਜਰਮਨੀ ਅਤੇ ਆਸਟਰੀਆ ਇਕੱਠੇ ਹੋ ਕੇ ਲੜਦੇ ਨੇ ਅਗੇਂਸਟ ਇੰਗਲੈਂਡ, ਫਰਾਂਸ ਅਤੇ ਅਮਰੀਕਾ ਦੇ ਵਿਰੁੱਧ ਸੈਕਿੰਡ ਵਰਲਡ ਵਾਰ ਦੇ ਵਿੱਚ। ਤਾਂ ਅਸੀਂ ਦੇਖਦੇ ਹਾਂ ਕਿ ਆਸਟਰੀਆ ਇੱਕ ਅਲੱਗ ਦੇਸ਼ ਆ, ਉਹਦੀ ਰਾਜਧਾਨੀ ਕੀ ਹੈ? ਵਿਨਾਇਸ। ਉਹਨੂੰ ਕੁਈਨ ਆਫ ਐਡਰੀਐਟਿਕ ਕਹਿੰਦੇ ਨੇ। ਰੂਫ ਆਫ ਦਾ ਵਰਲਡ, ਸੰਸਾਰ ਦੀ ਛੱਤ ਕਿਹਨੂੰ ਕਿਹਾ ਜਾਂਦਾ ਸਾਥੀਓ? ਤਾਂ ਪਮੀਰ ਪਠਾਰ ਆਉਂਦੀ ਹੈ ਤਿੱਬਤ ਦੇ ਵਿੱਚ। ਤਾਂ ਕਈ ਵਾਰੀ ਪਮੀਰ ਵੀ ਆ ਜਾਂਦਾ, ਉਹ ਪਠਾਰ ਦਾ ਨਾਂ, ਕਈ ਵਾਰੀ ਤਿੱਬਤ ਆ ਜਾਂਦਾ, ਤਾਂ ਤਿੱਬਤ ਨੂੰ ਰੂਫ ਆਫ ਦਾ ਵਰਲਡ ਕਿਹਾ ਜਾਂਦਾ। ਸਾਥੀਓ ਪਿੰਕ ਸਿਟੀ ਸਾਨੂੰ ਸਭ ਨੂੰ ਪਤਾ ਜੈਪੁਰ ਨੂੰ ਕਹਿੰਦੇ ਨੇ। ਕੁਐਸਚਨ ਆਇਆ ਸੀ ਜਿਹੜੀ 'ਚ ਹਵਾ ਮਹਿਲ ਕਿੱਥੇ ਆ ਸਾਥੀਓ? ਹਵਾ ਮਹਿਲ ਜੈਪੁਰ ਦੇ ਵਿੱਚ ਆ। ਹਵਾ ਮਹਿਲ ਉਹਨੂੰ ਤਾਂ ਕਹਿੰਦੇ ਨੇ ਕਿਉਂਕਿ ਉਹ ਜਦੋਂ ਦੂਰੋਂ ਦੇਖਣਾ ਮੈਨੂੰ ਲੱਗਦਾ ਵੀ ਹਿੱਲੀ ਜਾਂਦਾ, ਉਹਦੀ ਟੈਕਨੋਲੋਜੀ ਇੰਨੀ ਤਕੜੀ ਆ ਕਿ ਸਾਨੂੰ ਉਹ ਹਿਲਦਾ ਨਜ਼ਰ ਆਉਂਦਾ ਹਵਾ ਦੇ ਵਿੱਚ, ਤਾਂ ਕਰਕੇ ਉਹਨੂੰ ਹਵਾ ਮਹਿਲ ਕਿਹਾ ਜਾਂਦਾ। ਸ਼ੂਗਰ ਬਾਊਲ ਆਫ ਦਾ ਵਰਲਡ, ਖੰਡ ਦਾ ਕਟੋਰਾ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਖੰਡ ਕਿਊਬਾ 'ਚ ਪੈਦਾ ਕੀਤੀ ਜਾਂਦੀ ਹੈ, ਕਿਊਬਾ ਨੂੰ ਖੰਡ ਦਾ ਟੋਕਰਾ ਕਹਿੰਦੇ ਨੇ। ਬ੍ਰਾਜ਼ੀਲ ਦੂਜੇ ਨੰਬਰ 'ਤੇ, ਧਿਆਨ ਰੱਖਣਾ। ਪਰ ਜੇ ਕੁਐਸਚਨ ਹੁੰਦੇ ਖੰਡ ਦਾ ਟੋਕਰਾ ਕਿਹਨੂੰ ਕਿਹਾ ਜਾਂਦਾ, ਤਾਂ ਉੱਤਰ ਆਊਗਾ ਕਿਊਬਾ। ਉੱਤਰ ਦਾ ਵਿਨਾਇਸ, ਵਿਨਾਇਸ ਸ਼ਹਿਰ ਹੁਣੇ ਸਮਝਾ ਕੇ ਹਟੇ ਹਾਂ, ਆਸਟ੍ਰੇਲੀਆ ਤਾਂ ਨਹੀਂ, ਬਹੁਤ ਸੋਹਣਾ ਸ਼ਹਿਰ ਆ, ਲੋਕ ਘੁੰਮਣ ਵਾਸਤੇ ਜਾਂਦੇ ਨੇ। ਤਾਂ ਉੱਤਰ ਦਾ ਵਿਨਾਇਸ ਕਿਹੜੇ ਸ਼ਹਿਰ ਨੂੰ ਕਹਿੰਦੇ ਨੇ? ਤਾਂ ਸ਼ਹਿਰ ਆ ਸਟਾਕਹੋਮ। ਸਟਾਕਹੋਮ ਨੂੰ ਵਿਨਾਇਸ ਆਫ ਨਾਰਥ ਕਿਹਾ ਜਾਂਦਾ। ਵਿੰਡੀ ਸਿਟੀ, ਜਿੱਥੇ ਸਭ ਤੋਂ ਜ਼ਿਆਦਾ ਹਵਾਵਾਂ ਚੱਲਦੀਆਂ ਨੇ, ਤੇਜ਼ ਹਵਾਵਾਂ ਚੱਲਦੀਆਂ ਨੇ, ਅਮਰੀਕਾ ਦਾ ਸ਼ਹਿਰ ਹੈ ਸ਼ਿਕਾਗੋ। ਸ਼ਿਕਾਗੋ ਦੇ ਵਿੱਚ ਸਾਨੂੰ ਬਹੁਤ ਤੇਜ਼ ਹਵਾਵਾਂ ਦੇਖਣ ਨੂੰ ਮਿਲਦੀਆਂ ਨੇ, ਤਾਂ ਇਹਨੂੰ ਵਿੰਡੀ ਸਿਟੀ ਕਿਹਾ ਜਾਂਦਾ। ਬਾਈਟਸਮੈਨ ਗ੍ਰੇਵ, ਬਾਈਟਸਮੈਨ ਗ੍ਰੇਵ ਗੋਰਿਆਂ ਦੀ ਕਬਰ। ਗੋਰਿਆਂ ਦੀ ਕਬਰ ਕਿਹਨੂੰ ਕਹਿੰਦੇ ਨੇ ਸਾਥੀਓ? ਤਾਂ ਗਿਆਨਾ। ਗਿਆਨਾ ਇੱਕ ਦੇਸ਼ ਹੈਗਾ ਅਫਰੀਕਾ ਮਹਾਂਦੀਪ 'ਚ। ਇਹਨੂੰ ਜਿੱਤਣ ਵਾਸਤੇ ਬਹੁਤ ਲੜਾਈ ਰਹੀ ਆ ਫਰਾਂਸੀਸੀਆਂ ਅਤੇ ਅੰਗਰੇਜ਼ਾਂ ਦੇ ਵਿੱਚ। ਅੰਗਰੇਜ਼ ਫਰੈਂਚ ਬਹੁਤ ਲੜੇ ਨੇ ਕਿ ਇਹ ਸਾਡਾ ਕਾਜ ਹੋਣਾ ਚਾਹੀਦਾ, ਇਹ 'ਤੇ ਸਾਡਾ ਹੋਣਾ ਚਾਹੀਦਾ, ਅਤੇ ਬਹੁਤ ਜ਼ਿਆਦਾ ਲੋਕਾਂ ਦੀ ਮੌਤ ਹੋਈ ਆ ਗਿਆਨਾ ਦੇਸ਼ ਦੇ ਵਿੱਚ, ਗਿਆਨਾ ਦੇਸ਼ ਨੂੰ ਲੈ ਕੇ। ਤਾਂ ਕਰਕੇ ਇਹਨੂੰ ਬਾਈਟਸਮੈਨ ਗ੍ਰੇਵ, ਗੋਰਿਆਂ ਦੀ ਕਬਰ ਕਹਿੰਦੇ ਨੇ। ਪੀਲੀ ਨਦੀ ਸਾਥੀਓ ਅਸੀਂ ਦੇਖਦੇ ਹਾਂ ਕਿ ਹਵਾਂਗ ਹੋ, ਮੈਂ ਤੁਹਾਨੂੰ ਸਮਝਾਇਆ ਸੀ ਕਿ ਇਹਨੂੰ ਦੁੱਖ ਕਹਿੰਦੇ ਨੇ ਅਤੇ ਇਹਨੂੰ ਪੀਲੀ ਨਦੀ ਕਹਿੰਦੇ ਨੇ ਕਿਉਂਕਿ ਇਹਦੇ ਵਿੱਚ ਸਲਫਰ ਦੀ ਮਾਤਰਾ ਵੱਡੇ ਪੱਧਰ 'ਤੇ ਪਾਈ ਜਾਂਦੀ ਸਾਥੀਓ। ਤਾਂ ਇਹ ਸੀ ਕੁਝ ਸਰਨੇਮ, ਸਾਥੀਓ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ। ਤੁਹਾਨੂੰ ਪੇਪਰ ਦੇ ਵਿੱਚੋਂ GK ਦੇ ਵਿੱਚ ਕੋਈ ਨਾ ਕੋਈ ਸਰਨੇਮ ਜ਼ਰੂਰ ਆਉਂਦਾ, ਇਹਨੂੰ ਪੜ੍ਹਨਾ। ਧੰਨਵਾਦ ਜੀ।